ਹੈਲੋ एवरीवन ਵੈਲਕਮ टू स्माइल लर्निंग। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਮਾਸਟਰ ਕੇਡਰ ਦੇ ਹੜੱਪਾ ਸੱਭਿਅਤਾ ਤੋਂ ਪਹਿਲੇ ਲੈਸਨ ਤੋਂ ਕਲਾਸ ਜਿਹੜੀ ਕਿ ਆਪਣੀ ਸਟਾਰਟ ਹੋ ਚੁੱਕੀ ਹੈ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਕਿ ਸਾਰੇ ਸਟੂਡੈਂਟਸ ਹੁਣੇ ਜਾ ਕੇ ਚੈਨਲ ਨੂੰ ਜਿਹੜਾ ਕਿ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਦੇ ਰਿਲੇਟਡ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇ। ਤੇ ਇਸ ਕਲਾਸ ਦੀ ਜਿਹੜੀ ਟਾਈਮਿੰਗ ਜੀ ਆ ਉਹ 7 PM ਹੈਗੀ ਆ। ਤਾਂ ਡਿਸਕਸ ਕਰਦੇ ਹਾਂ ਜੀ। ਅੱਜ ਦਾ ਆਪਣਾ ਟੌਪਿਕ ਹੈਗਾ ਜੀ ਹੜੱਪਾ ਸਿਵਲਾਈਜੇਸ਼ਨ, ਜਿਹਦੇ ਵਿੱਚ ਆਪਾਂ ਕੀ ਡਿਸਕਸ ਕਰਨਾ ਹੈਗਾ ਕਿ ਹੜੱਪਾ ਸਿਵਲਾਈਜੇਸ਼ਨ ਦੀ ਖੋਜ ਕਿਵੇਂ ਹੋਈ, ਕਿਹੜੇ ਪਰਸਨ ਜਿਹੜੇ ਕਿ ਇੰਪੋਰਟੈਂਟ ਆ, ਕਿੱਥੋਂ ਇਹਦੀ ਸ਼ੁਰੂਆਤ ਹੋਈ ਕਿ ਹੜੱਪਾ ਸਿਵਲਾਈਜੇਸ਼ਨ ਯਾਨੀ ਕਿ ਸੱਭਿਅਤਾ ਜਿਹੜੀ ਇੰਨੀ ਇੰਪੋਰਟੈਂਟ ਹੈਗੀ ਆ ਆਪਣੀ ਹਿਸਟਰੀ ਦੇ ਵਿੱਚ, ਤੇ ਇਹਦਾ ਆਰੰਭ ਕਿੱਥੋਂ ਹੋਇਆ। ठीक है, तो चलिए डिस्कस करते हैं जी। सब तो पहला हैगा चार्ल्स मैसन। ठीक है, ये परसन जड़ा की है एक ब्रिटिश काल के दौरान यानी कि एक ब्रिटिश काल के दौरान एक ब्रिटिश सी। ठीक है, तो इसने की कीता सीगा कि 1826 ਦੇ ਵਿੱਚ ਇਹ डेट ਜਿਹੜੀ की है ਪੁੱਛੀਆਂ जा ਸਕਦੀਆਂ, इस करके इंपॉर्टेंट आ। 1826 ਦੇ ਵਿੱਚ ਇਹਨੇ ਪਾਕਿਸਤਾਨ ਦਾ ਦੌਰਾ ਕੀਤਾ। ਠੀਕ ਹੈ, ਯਾਨੀ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਇਹਨੇ ਯਾਤਰਾ ਕੀਤੀ ਤੇ ਉੱਥੇ ਇਹਨੂੰ ਜਿਹੜਾ ਕੀ ਆ ਹੜੱਪਾ ਸੱਭਿਅਤਾ ਦੇ ਬਾਰੇ ਕੁਝ ਬੇਸਿਕ ਜੀ ਆਪਾਂ ਕਹਿ ਸਕਦੇ ਆ ਨੌਲੇਜ ਜਿਹੜੀ ਕਿ ਮਿਲੀ। ਬਟ ਇਸਨੇ ਇਸ ਚੀਜ਼ ਨੂੰ ਜਿਹੜਾ ਕਿ ਧਿਆਨ ਨਹੀਂ ਦਿੱਤਾ ਜਦੋਂ ਉਸਨੇ ਪਾਕਿਸਤਾਨ ਦਾ ਦੌਰਾ ਕੀਤਾ, ਕਿਉਂਕਿ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਹੈਗਾ ਕਿ ਹੜੱਪਾ ਸੱਭਿਅਤਾ ਕਾਲ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ, ਕਾਫੀ ਸਾਰਾ ਹਿੱਸਾ ਪਾਕਿਸਤਾਨ ਦੇ ਵਿੱਚ ਵੀ ਹੈ ਜਿਹਦੇ ਵਿੱਚ ਸਾਨੂੰ ਹੜੱਪਾ ਸੱਭਿਅਤਾ ਦੇ ਬਾਰੇ ਜਿਹੜਾ ਕੀ ਪਤਾ ਲੱਗਦਾ ਹੈਗਾ। ਠੀਕ ਹੈ, ਜਦੋਂ ਉਸਨੇ ਇਹਦੇ ਬਾਰੇ ਜਿਹੜੀ ਕੀ ਹੈ ਜਦੋਂ ਦੌਰ ਕੀਤਾ, ਉਸ ਤੋਂ ਬਾਅਦ ਉਹ ਜਦੋਂ ਵਾਪਸ ਆਇਆ ਤਾਂ ਉਸਨੇ ਇੱਕ ਪੱਤਰਕਾ ਜੇ ਆਪਾਂ ਜਿਹਨੂੰ ਕਹਿੰਦੇ ਹੈਗੇ ਮੈਗਜ਼ੀਨਸ, ਠੀਕ ਹੈ, ਉਹ ਛਪਵਾਈ ਜਿਹਦਾ ਨਾਮ ਸੀਗਾ ਨਰੇਟਿਵ ਆਫ ਜਰਨੀਜ਼। ਠੀਕ ਹੈ, ਜਦੋਂ ਉਸਨੇ ਨਰੇਟਿਵ ਆਫ ਜਰਨੀਜ਼ ਦੇ ਵਿੱਚ ਜਿਹੜਾ ਕਿ ਪਾਕਿਸਤਾਨ ਦੇ ਬਾਰੇ ਲਿਖਿਆ, ਜੋ ਵੀ ਕੁਛ ਉਹਨੇ ਦੇਖਿਆ, ਠੀਕ ਹੈ, ਜਿੱਥੋਂ ਉਹਨੂੰ ਥੋੜ੍ਹਾ ਜਿਹਾ ਬੇਸਿਕ ਨੌਲੇਜ ਮਿਲੀ, ਤਾਂ ਇਸ ਤੋਂ ਜਿਹੜੇ ਕੀ ਆ ਹੋਰ ਜਿਹੜੇ ਖੋਜੀ ਸੀਗੇ, ਠੀਕ ਹੈ, ਸੱਭਿਅਤਾ ਦੇ ਨਾਲ ਰਿਲੇਟਡ ਖੋਜ ਕਰਨਾ ਚਾਹੁੰਦੇ ਸੀ, ਇਸ ਤੋਂ ਉਹਨਾਂ ਨੂੰ ਜਿਹੜਾ ਕਿ ਇਸ ਮੈਗਜ਼ੀਨ ਦੇ ਜ਼ਰੀਏ ਕਲੂ ਮਿਲ ਗਿਆ। ਠੀਕ ਹੈ, ਯਾਨੀ ਕਿ ਇੱਥੇ ਆਪਾਂ ਨੂੰ ਬੇਸਿਕ ਪੁਆਇੰਟ ਮਿਲ ਗਿਆ ਹੜੱਪਾ ਸੱਭਿਅਤਾ ਦੇ ਬਾਰੇ। ਨੈਕਸਟ ਆ ਗਿਆ ਜੀ, ਇਹ ਇੰਪੋਰਟੈਂਟ ਆ, ਇਹ ਦੋਵੇਂ ਬ੍ਰਦਰ ਹੈਗੇ ਆ ਜੇਮਸ ਬਰਟਨ ਐਂਡ ਦਾ ਵਿਲੀਅਮ ਬਰਟਨ। 1856 ਦੇ ਵਿੱਚ, ਠੀਕ ਹੈ, 1856 ਦੇ ਵਿੱਚ ਕੀ ਹੋਇਆ ਸੀਗਾ, 1856 ਦੇ ਵਿੱਚ ਰੇਲਵੇ ਲਾਈਨ ਵਿਛਾਈ ਗਈ ਸੀ ਪਹਿਲੀ ਵਾਰ ਆਪਣੇ ਇੰਡੀਆ ਦੇ ਵਿੱਚ। ਠੀਕ ਹੈ, ਜਦੋਂ ਰੇਲਵੇ ਲਾਈਨ ਜਿਹੜੀ ਕਿ ਵਿਛਾਈ ਜਾ ਰਹੀ ਸੀ ਇਸ ਤਰੀਕੇ ਨਾਲ, ਰੇਲਵੇ ਲਾਈਨ ਵਿਛਾਈ ਜਾ ਰਹੀ ਸੀ, ਕਿੱਥੇ ਜਾ ਰਹੀ ਸੀ, ਪਾਕਿਸਤਾਨ, ਠੀਕ ਹੈ, ਕਰਾਚੀ ਤੋਂ ਲਾਹੌਰ ਦੇ ਵਿੱਚ। ਠੀਕ ਹੈ, ਜਦੋਂ ਕਰਾਚੀ ਤੋਂ ਲਾਹੌਰ ਦੇ ਵਿੱਚ ਜਿਹੜੀ ਕੀ ਆ ਰੇਲਵੇ ਲਾਈਨ ਜਿਹੜੀ ਕੀ ਆ ਵਿਛਾਈ ਜਾ ਰਹੀ ਸੀ। ਠੀਕ ਹੈ, ਜੇ ਆਪਾਂ ਕਹੀਏ ਇੱਥੇ ਮੈਂ ਲਿਖ ਦਿੰਦੇ ਰੇਲਵੇ ਜਿਹੜੀ ਲਾਈਨ ਇੱਥੇ ਵਿਛਾਈ ਜਾ ਰਹੀ ਸੀ ਪਾਕਿਸਤਾਨ ਵਿੱਚ ਕਰਾਚੀ ਤੋਂ ਲਾਹੌਰ ਦੇ ਵਿੱਚ। ਕੌਣ ਕੰਮ ਕਰ ਰਹੇ ਸੀ ਉਦੋਂ, ਜੇਮਸ ਬਰਟਨ ਤੇ ਵਿਲੀਅਮ ਬਰਟਨ। 1856 ਦੇ ਵਿੱਚ ਤਾਂ ਉਦੋਂ ਕੀ ਹੋਇਆ, ਜਦੋਂ ਉਹਨਾਂ ਨੇ ਇੱਥੇ ਖੁਦਾਈ ਕੀਤੀ, ਠੀਕ ਹੈ, ਰੇਲਵੇ ਲਾਈਨ ਨੂੰ ਵਿਛਾਉਣ ਵਾਸਤੇ, ਤੇ ਉੱਥੇ ਕਾਫੀ ਸਾਰੀਆਂ ਜਿਹੜੀਆਂ ਕੀ ਆ ਇੱਟਾਂ ਉਹਦੇ ਵਿੱਚੋਂ ਨਿਕਲੀਆਂ। ਠੀਕ ਹੈ, ਜਿਨ੍ਹਾਂ ਦਾ ਇਸਤੇਮਾਲ ਇਹਨਾਂ ਨੇ ਕਿਹਦੇ ਲਈ ਕੀਤਾ, ਰੇਲਵੇ ਲਾਈਨ ਨੂੰ ਵਿਛਾਉਣ ਵਾਸਤੇ ਕੀਤਾ। ਠੀਕ ਹੈ, ਤਾਂ ਅਸੀਂ ਕਹਿ ਸਕਦੇ ਕਿ ਇੱਥੋਂ ਫਿਰ ਕੀ ਹੋਇਆ, ਜਦੋਂ ਰੇਲਵੇ ਲਾਈਨ ਵਿਛਾਈ ਜਾ ਰਹੀ ਸੀ ਤਾਂ ਇੱਟਾਂ ਨਿਕਲਣੀਆਂ ਸਟਾਰਟ ਹੋ ਗਈਆਂ। ਤਾਂ ਉੱਥੇ ਫਿਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇਸ ਚੀਜ਼ ਵੱਲ ਜਿਹੜਾ ਕਿ ਧਿਆਨ ਨਹੀਂ ਦਿੱਤਾ, ਇਹਨਾਂ ਨੂੰ ਇਸ ਚੀਜ਼ ਬਾਰੇ ਨਹੀਂ ਸੀ ਨੌਲੇਜ ਕਿ ਇੱਥੇ ਕੋਈ ਜਿਹੜੀ ਕਿ ਸੱਭਿਅਤਾ ਹੁੰਦੀ ਸੀ। ਠੀਕ ਹੈ, ਬਸ ਇਹਨਾਂ ਨੇ ਕੀ ਕੀਤਾ, ਇੱਥੇ ਜੋ ਇੱਟਾਂ ਨਿਕਲੀਆਂ ਉਹਨਾਂ ਦਾ ਜਿਹੜਾ ਕੀ ਹੈ ਯੂਜ਼ ਕੀਤਾ ਰੇਲਵੇ ਪਟੜੀ ਬਣਾਉਣ ਲਈ। ਉਸ ਤੋਂ ਬਾਅਦ ਜੋ ਕਿ ਆਪਣਾ ਬਹੁਤ ਹੀ ਇੰਪੋਰਟੈਂਟ ਹੈ ਐਗਜ਼ਲੈਂਡਰ ਕਨਿੰਗਮ। ਠੀਕ ਹੈ, 1853 ਤੋਂ 1856 ਦੇ ਵਿੱਚ, ਠੀਕ ਹੈ, ਜੇਕਰ ਆਪਾਂ ਕਹੀਏ ਤਾਂ ਇੱਥੋਂ ਜਿਹੜੀ ਕੀ ਹੈ ਖੋਜ ਹੋਣੀ ਸ਼ੁਰੂ ਕੀਤੀ। ਐਗਜ਼ਲੈਂਡਰ ਕਨਿੰਗਮ ਨੇ ਜਿਹੜੀ ਕੀ ਹੈ ਫਿਰ ਇਹਦੇ ਬਾਰੇ ਖੋਜ ਕਰਨੀ ਸ਼ੁਰੂ ਕਰਤੀ ਵੀ ਇੱਥੇ ਜਿਹੜੀਆਂ ਇੱਟਾਂ ਮਿਲੀਆਂ ਤੇ ਮੈਂ ਇਹਦੇ ਬਾਰੇ ਜਿਹੜੀ ਕੀ ਹੈ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਬਟ ਜਿਹੜਾ ਕੀ ਹੈ ਜਦੋਂ ਇਹ ਜਾਣਕਾਰੀ ਹਾਸਲ ਕਰ ਰਿਹਾ ਸੀ ਤਾਂ ਇਹਦੇ ਵਿੱਚ ਜਿਹੜਾ ਕਿ ਉਹ ਸਫਲ ਨਹੀਂ ਰਿਹਾ ਬਲਕਿ ਅਸਫਲ ਰਿਹਾ। ਠੀਕ ਹੈ, ਤਾਂ ਅਸੀਂ ਕਹਿ ਸਕਦੇ ਕਿ ਜੇਕਰ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਵਾਲਾ ਫਸਟ ਪਰਸਨ ਸੀ ਤਾਂ ਉਹ ਅਲੈਗਜ਼ੈਂਡਰ ਕਨਿੰਗਮ ਸੀ। ਠੀਕ ਹੈ, ਤਾਂ ਇਹ ਇੰਪੋਰਟੈਂਟ ਆ। ਨੈਕਸਟ ਆ ਗਿਆ ਜੀ ਸਰ ਜੌਨ ਮਾਰਸ਼ਲ। ਜੇਕਰ ਮੇਨ ਅਸੀਂ ਦੇਖੀਏ ਤਾਂ 1921 ਦੇ ਵਿੱਚ ਸਰ ਜੌਨ ਮਾਰਸ਼ਲ ਦੇ ਟਾਈਮ ਦੇ ਵਿੱਚ ਜਿਹੜੇ ਕੀ ਹੈ ਖੁਦਾਈ ਦਾ ਆਰੰਭ ਜਿਹੜਾ ਕੀ ਆ ਹੋ ਚੁੱਕਿਆ ਸੀ। ਠੀਕ ਹੈ, ਇਹਨੇ ਸਿਰਫ ਕੀ ਕੀਤਾ ਸੀਗਾ, ਜਦੋਂ ਇੱਟਾਂ ਦੇ ਨਿਕਲਣੀਆਂ ਸ਼ੁਰੂ ਹੋਈਆਂ ਸੀ ਤਾਂ ਐਗਜ਼ਲੈਂਡਰ ਕਨਿੰਗਮ ਨੇ ਸਿਰਫ ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਬਟ ਉਹ ਅਸਫਲ ਰਿਹਾ। ਠੀਕ ਹੈ, ਤੇ ਸਰ ਜੌਨ ਜਿਹੜਾ ਕੀ ਆ ਮਾਰਸ਼ਲ ਸੀਗਾ 1921 ਦੇ ਵਿੱਚ ਜਦੋਂ ਖੁਦਾਈ ਦਾ ਫਿਰ ਇਸਨੇ ਜਿਹੜਾ ਕਿ ਆਰੰਭ ਕੀਤਾ। ਤੇ ਜਦੋਂ ਹੀ ਖੁਦਾਈ ਕੀਤੀ ਗਈ ਤਾਂ ਉੱਥੇ ਜਿਹੜਾ ਕੀ ਆ ਖੁਦਾਈ ਦੇ ਦੌਰਾਨ ਜਦੋਂ ਇੱਟਾਂ ਨਿਕਲਣੀਆਂ ਸਟਾਰਟ ਹੋਈਆਂ ਤੇ ਉੱਥੇ ਇਹ ਸਮਝ ਵਿੱਚ ਆਇਆ ਸਾਰਿਆਂ ਨੂੰ ਕਿ ਵਾਕਈ ਇੱਥੇ ਕੋਈ ਸੱਭਿਅਤਾ
सी, यानी कि इत्थे पहलां कोई लोग रहिंदे हुंदे सी। ठीक है, तो ये इंपॉर्टेंट आ जी 1921। तो जिहड़ा सर जॉन मार्शल सी, ये जिहड़ा की आ असीं कह सकदे इतिहास दा पुरातत्व विभाग जिहड़ा हुंदा है ना, ਉਹਦਾ ਜਿਹੜਾ ਕੀ ਆ ਉਹਦੇ ਵਿੱਚ ਸ਼ਾਮਿਲ ਸੀ, ਉਹਨਾਂ ਦਾ ਇੱਕ ਮੈਂਬਰ ਸੀ। ਠੀਕ ਹੈ, ਫਿਰ ਇਹਦੇ ਅੰਡਰ ਜਿਹੜੇ ਕੀ ਆ ਦੋ ਆਪਣੇ ਦਇਆ ਰਾਮ ਸਾਨੀ ਤੇ ਰਾਖਲ ਦਾਸ ਬੈਨਰਜੀ ਨੇ ਜਿਹੜੀ ਕੀ ਆ ਖੋਜ ਕੀਤੀ। ਠੀਕ ਹੈ, ਇਹ ਦੋਵੇਂ ਜਿਹੜੇ ਕੀ ਆ, ਜਿਹੜੇ ਇਹ ਦੋ ਪਰਸਨ ਸੀਗੇ, ਮੈਂ ਇਹਦੇ ਬਾਰੇ ਦੱਸ ਦਿੰਦੀ ਆ। ਇਹ ਦੋਵੇਂ ਪਰਸਨ ਜਿਹੜੇ ਕੀ ਆ ਭਾਰਤੀ ਸੀ। ठीक है, फिर इन्हों ने जी कि खोज की जो सर जॉन मार्शल जोड़ा मेन सीगा परसन। ठीक है, ये अंडर दोवें परसन जोड़े अपने इंडियन सीगे जिन्हों का नाम सी दया राम सानी ते राखल दास बैनर्जी। फिर इन्होंने जी खोज की ये बारे, दया राम सानी ने जोड़ा कि हड़प्पा के बारे खोज की। ठीक है, तो राखल दास बैनर्जी जोड़े कि मोनोजोदड़ो की इन्हों के टाइम के खोज होई सी। तो ये बहुत ही इंपॉर्टेंट आ, क्योंकि ऑप्शन के कई बार दस्या जाता मेन जेकर फोकस किया जाता 3 परसन के उपर कौन है, जॉन मार्शल। ठीक है, सर जॉन मार्शल, दया राम सानी ते राखल दास बैनर्जी। ठीक है, तो ये इंपॉर्टेंट है। जेकर ये दसिया जाए कि जानकारी हासिल किसने की, क्योंकि MCQs इस तरीके ना बनते हैं, तो वह होंगे जी एक्सलैंडर कनिंगम। खुदाई किन्ना दे दौरान जी शुरू हुई है, वह है जी सर जॉन मार्शल। तो दो इंडियन परसन किहड़े सीगे, तो वो सी दया राम सानी ते राखल दास बैनर्जी। हड़प्पा की खोज किसने की, दया राम सानी ने, ते मोनोजोदड़ो की खोज किसने की, राखल दास बैनर्जी। ठीक है, तो यह बहुत ही इंपॉर्टेंट है। कई बार इन्हों का जोड़ा कि एग्जाम के क्रम भी पूछ लिया जाता है। ठीक है, ਜਾਂ ਇਹਦੇ ਵਿੱਚੋਂ कोई भी होर कोई नाम दे के ਇਹਦੇ ਵਿੱਚੋਂ ਨੈਗੇਟਿਵ भी पूछा जा सकता है। ठीक है, तो हुण तुहानूं ਜਿਹੜਾ कि इत्थों पूरी क्लीयर पता लग गया होगा कि ਜਿਹੜੀ हड़प्पा सभ्यता की खोज का किस तरीके नाल ਜਿਹੜਾ आरंभ आ। ठीक है, तो नैक्सट आपां ਇਹਦੇ ਵਿੱਚ ਹੁਣ डिस्कस करांगे कि ਇਹਦੇ दौरान ਜਿਹੜੇ काल्स या डेट्स किवें इंपॉर्टेंट आ ते की होर ਇਹਦੇ ਵਿੱਚ शामिल किया गया। नैक्सट है टाइम। ठीक है, टाइम नूं लैके बहुत सारे ਜਿਹੜੇ ਕੀ ਆ इतिहासकारां दे विच मतभेद जिहड़ा कि आपां कह सकदे पाया जांदा हैगा, क्योंकि काफ़ी सारे इतिहासकार आपदे अकॉर्डिंग टाइम दसदे आ, ते बहुत सारे इतिहासकार जिहड़े कि आपस दे विच इन्हां दे कोई भी बयान जिहड़े कि नहीं मिलते हैगे। जिवें जिवें किसी ने जिहड़ी जिन्नी जिन्नी नॉलेज जिन्हां नूं मिलदी रही है जां खोज करते रहे, उस हिसाब नाल जिहड़ा कि इन्हां ने टाइमिंग दे बारे दस्सिआ, ते आपां इहदे विच डिस्कस कर लैंदे आ जी। सब तो पहला हैगा जी सर जॉन मार्शल। ठीक है, इन्हां ने की किया कि 3250 BC तो 2750 BC ਦੇ ਵਿੱਚ ਸਿੰਧੂ ਘਾਟੀ ਸਭਿਅਤਾ ਦਾ ਜਿਹੜਾ ਕੀ ਹੈ ਕਾਲ ਰਿਹਾ। ਠੀਕ ਹੈ, ਕਿਹਦੇ ਅਕੋਰਡਿੰਗ, ਸਰ ਜੌਨ ਮਾਰਸ਼ਲ ਦੇ ਅਕੋਰਡਿੰਗ। ਠੀਕ ਹੈ, ਜੇਕਰ ਆਪਾਂ ਨੈਕਸਟ ਅਗੇ ਗੱਲ ਕਹੀਏ, DP ਅਗਰਵਾਲ ਜਿਹੜੇ ਕੀ ਹੈ ਇੱਕ ਇੰਡੀਅਨ ਸੀ, ਭਾਰਤੀ ਸੀ। 2300 BC ਤੇ 1750 BC ਦੇ ਇਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਕੀ ਆ ਡੇਟ ਦਾ ਜਿਹੜਾ ਕੀ ਆ ਨਾਮਕਰਨ ਹੋਇਆ। ਇਹ ਬਹੁਤ ਹੀ ਇੰਪੋਰਟੈਂਟ ਆ, क्योंकि हरेक बुक्स दे विच जिहड़े कि ये चीज़ां नहीं मिलदियां। मैं अपने वालों पूरी कोशिश कर रही हूँ कि जिन्ना नॉलेज तुहानूं दे सकदी आ, ठीक है, हिस्टरी दे अकॉर्डिंग उन्नी ही तुहानूं नॉलेज दित्ती जाऊगी, ताकि क्वेश्चन जिहड़ा भी मर्जी एग्जाम दे विच जिवें दा भी आवे तुहानूं कोई डिफिकल्टी नहीं होगी एग्जाम दे विच वो क्वेश्चन करन लई। ठीक है, इसलिए जेकर तुहानूं वीडियो वधिया लग रही है, वीडियो नूं प्लीज़ लाइक शेयर जरूर करो, ताकि होर स्टूडेंट्स भी अपने नाल जुड़ सकन ते वो भी इस चीज़ का जिहड़ा की है नॉलेज लै सकन। ये चीज़ बहुत हैल्प करती है, इकल्ले मास्टर केडर दे विच ही नहीं, होर भी जिहड़े भी तुसीं एग्जाम की तैयारी कर रहे हैगे आ, उहदे विच भी तुहानूं ये हिस्टरी जो भी कुछ मैं करवा रही हूँ तुहानूं हैल्प करूँगी। ठीक है, तो ये इंपॉर्टेंट है जी DP अग्रवाल। ठीक है, इन्हां दे टाइम दे विच जिहड़ा की आ हड़प्पा सभ्यता दा डेट दा जिहड़ा कि नामकरण होया सी। जेकर आपां कहिए कि इहदा काल जिहड़ा कि ढुकवां किहड़ा मन्निया जांदा है, तां इंपॉर्टेंट किहड़ा जी 2500 BC तो 1750 BC इसदा ढुकवां काल जिहड़ा कि मन्निया जांदा है। हरेक बुक चाहे वो NCERT होवे चाहे वो पंजाब बोर्ड होवे, थोड़ा मोटा डेट्स का जिहड़ा कि फर्क होगा। ठीक है, बट रियल जेकर सही डेट मन्नी जाती है तो वह है जी 2500 BC तो लैके 1750 BC इसका ढुकवां काल मन्निया जाता है। जिवें कि मैं तुहानूं पहले ही कहा कि ये इतिहासकार जिहड़े कि आ सिद्धू घाटी जां सभ्यता नूं लैके बहुत ही इन्हां दे विचार आपस च नहीं मिलते हैगे, बहुत मतभेद जिहड़ा कि इन्हां विच पाया जाता है। इस करके उन्हां दे अकॉर्डिंग अलग अलग जिहड़ियां कि डेट्स आ। ठीक है, बट जेकर सही डेट मननी है तो वह हैगी जी 2500 BC तो लैके 1750 BC दे विच। ते इहदे विच होर तुहानूं मैं इहदे बारे दस दिंदी कि टाइम ते काल नूं लैके
हड़प्पा सभ्यता ਦੇ ਬਾਰੇ ਹਨਾ ਕਾਫੀ ਸਾਰੇ ਵਿਦੇਸ਼ੀ ਵੀ ਇਤਿਹਾਸਕਾਰ ਸ਼ਾਮਿਲ ਹੋਏ ਤੇ ਜਿਹੜੇ ਆਪਣੇ ਇੰਡੀਆ ਦੇ ਇਤਿਹਾਸਕਾਰ ਸੀ ਉਹ ਵੀ ਸ਼ਾਮਿਲ ਹੋਏ। ਠੀਕ ਹੈ, ਜਿਹੜੇ ਵਿਦੇਸ਼ੀ ਇਤਿਹਾਸਕਾਰ ਸੀ ਉਹਨਾਂ ਵਿੱਚ ਸ਼ਾਮਿਲ ਸੀ ਜੀ ਸਰ ਜੌਨ ਮਾਰਸ਼ਲ ਹੋ ਗਏ, ਵੀਲਰ ਹੋ ਗਏ, ਗਾਰਡਨਰ ਹੋ ਗਏ। ਉਹਨਾਂ ਨੇ ਇਹ ਕਾਲ ਨੂੰ ਜਿਹੜਾ ਕੀ ਕਿਹਾ ਵੀ ਇਹ ਕਿਸ ਜਿਹੜੀ ਹੜੱਪਾ ਸੱਭਿਅਤਾ ਦਾ ਕਾਲ ਸੀ ਉਹ ਕਿਹਦੇ ਦੌਰਾਨ ਸੀ। ਠੀਕ ਹੈ, ਸੁਮੇਰੀਅਨ ਦੇ ਕਾਲ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜੀ ਹੜੱਪਾ ਸੱਭਿਅਤਾ ਸੀਗੀ ਉਹ ਸੁਮੇਰੀਅਨ ਦੇ ਕਾਲ ਵਿੱਚ ਸੀ। ਬਟ ਜਿਹੜੇ ਆਪਣੇ ਇੰਡੀਅਨ ਸੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਜੀ ਰਾਖਲ ਦਾਸ ਬੈਨਰਜੀ, ਇਹਨਾਂ ਨੇ ਕਿਹਾ ਕਿ ਉਸ ਟਾਈਮ ਇਹ ਦਰਾਵੜਾਂ ਦਾ ਜਿਹੜਾ ਕੀ ਹੈ ਕਾਲ ਰਿਹਾ ਹੈਗਾ। ਇਹਨਾਂ ਨੇ ਇਹ ਤਰਕ ਦਿੱਤਾ ਕਿ ਦਰਾਵੜ ਸਿੰਧੂ ਘਾਟੀ ਸੱਭਿਅਤਾ ਦਾ ਨਿਰਮਾਤਾ ਸੀ। ਤਾਂ ਇਹੀ ਇੰਪੋਰਟੈਂਟ ਆ ਤੇ ਮੇਨ ਜਿਹੜੇ ਕਿ ਇਹੀ ਮੰਨੇ ਜਾਂਦੇ ਆ। ਜਿਵੇਂ ਹੁਣ ਆਪਾਂ ਕਹੀਏ ਕਿ ਰਿਗਵੈਦਿਕ ਕਾਲ ਦੇ ਵਿੱਚ ਆਰੀਆ ਨੂੰ ਇੰਪੋਰਟੈਂਟ ਮੰਨਿਆ ਜਾਂਦਾ, ਤਾਂ ਉਸੇ ਤਰੀਕੇ ਨਾਲ ਹੜੱਪਾ ਸੱਭਿਅਤਾ ਦੇ ਵਿੱਚ ਇੰਡੀਅਨ ਜਿਹੜੇ ਮਤਭੇਦ ਸੀਗੇ, ਜਿਹੜੇ ਇਤਿਹਾਸਕਾਰ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਸਿੰਧੂ ਘਾਟੀ ਸੱਭਿਅਤਾ ਦਾ ਨਿਰਮਾਤਾ ਸੀਗੇ ਉਹ ਕੌਣ ਸੀਗੇ, ਉਹ ਦਰਾਵੜ ਸੀ। ਠੀਕ ਹੈ, ਤਾਂ ਇਹ ਇੰਪੋਰਟੈਂਟ ਆ। ਇੱਥੋਂ ਇੱਕ ਕੁਐਸਚਨ ਬਣ ਸਕਦਾ ਹੈਗਾ ਕਿ ਸਿੰਧੂ ਘਾਟੀ ਸੱਭਿਅਤਾ ਦਾ ਨਿਰਮਾਤਾ ਕੌਣ ਸੀ, ਦਰਾਵੜ ਸੀ। ਤੇ ਕਿਹਨਾਂ ਨੇ ਇਹਦੇ ਬਾਰੇ ਕਿਹਾ, ਰਾਖਲ ਦਾਸ ਬੈਨਰਜੀ ਨੇ। ਠੀਕ ਹੈ, ਤਾਂ ਇਹ ਇੰਪੋਰਟੈਂਟ ਆ। ਨੈਕਸਟ ਆਪਾਂ ਇਹਦੇ ਵਿੱਚ ਹੁਣ ਡਿਸਕਸ ਕਰਦੇ ਹਾਂ ਜੀ। ਤੁਹਾਨੂੰ ਪਤਾ ਹੈਗਾ ਕਿ ਹੜੱਪਾ ਸੱਭਿਅਤਾ ਨੂੰ ਬਹੁਤ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ, ਜਿਵੇਂ ਹੜੱਪਾ ਸੱਭਿਅਤਾ, ਸਿੰਧੂ ਘਾਟੀ ਸੱਭਿਅਤਾ। ਠੀਕ ਹੈ, ਤਾਂ ਇਹ ਨਾਮ ਕਿਵੇਂ ਪਏ ਤਾਂ ਇਹਦੇ ਬਾਰੇ ਵੀ ਡਿਸਕਸ ਕਰਦੇ ਹਾਂ। ਹੜੱਪਾ ਸਿਵਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਹੜੱਪਾ ਸੱਭਿਅਤਾ, ਠੀਕ ਹੈ, ਇਹ ਇਸ ਦਾ ਨਾਮ ਕਿਵੇਂ ਪਿਆ? ਸਭ ਤੋਂ ਪਹਿਲਾਂ ਜਿਹੜੀ ਖੁਦਾਈ ਹੋਣ ਕਰਕੇ ਇਸ ਦਾ ਨਾਮ ਜਿਹੜਾ ਕਿ ਹੜੱਪਾ ਸੱਭਿਅਤਾ ਦਾ ਨਾਮ ਦਿੱਤਾ ਗਿਆ, ਕਿਉਂਕਿ ਇਹ ਇੱਕ ਇਹੋ ਜਿਹਾ ਸ਼ਹਿਰ ਸੀ ਜਿਹਦੀ ਜਿਹੜੀ ਕਿ ਖੁਦਾਈ ਕੀਤੀ ਗਈ। ਖੁਦਾਈ ਦੇ ਦੌਰਾਨ ਇੱਟਾਂ ਤੋਂ ਜਿਹੜਾ ਕੀ ਹੈ ਜਦੋਂ ਖੁਦਾਈ ਕੀਤੀ ਗਈ ਤਾਂ ਇੱਕ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਕਿ ਉੱਭਰ ਕੇ ਸਾਹਮਣੇ ਆ ਗਿਆ ਹੈ ਨਾ ਇੱਟਾਂ ਦੇ ਰੂਪ ਦੇ ਵਿੱਚ। ਤਾਂ ਜਿਹੜੀ ਇਹ ਖੁਦਾਈ ਆ ਹੈ ਨਾ, ਜਿਹੜੀ ਇਹ ਖੁਦਾਈ ਕੀਤੀ ਗਈ ਆ, ਇੱਥੋਂ ਜਿਹੜਾ ਕਿ ਹੜੱਪਾ ਸੱਭਿਅਤਾ ਦਾ ਜਿਹੜਾ ਕੀ ਆ ਨਾਮ ਦਿੱਤਾ ਗਿਆ ਤੇ ਇਹਨੂੰ ਕਿਹਾ ਗਿਆ ਹੜੱਪਾ ਸਿਵਲਾਈਜੇਸ਼ਨ। ਨੈਕਸਟ ਹੈਗਾ ਜੀ ਇੰਡਸ ਸਿਵਲਾਈਜੇਸ਼ਨ। ਇਹ ਨਾਮ ਕਿਵੇਂ ਪਿਆ? ਜਿਹੜੀ ਵੀ ਇਹ ਸੱਭਿਅਤਾ ਸੀ, ਠੀਕ ਹੈ, ਇੱਕ ਨਦੀ ਦੇ ਨੇੜੇ ਸੀ। ਜਿਹੜੀ ਨਦੀ ਇੰਪੋਰਟੈਂਟ ਆ ਕਿਹੜੀ ਹੈਗੀ ਜੀ? ਸਿੰਧ ਨਦੀ। ਠੀਕ ਹੈ, ਸਿੰਧ ਨਦੀ ਦੇ ਕੰਢੇ ਤੇ ਇਹ ਜਿਹੜੀ ਕੀ ਆ ਵਸੀ ਹੋਣ ਕਰਕੇ ਇਸ ਦਾ ਨਾਮ ਜਿਹੜਾ ਕੀ ਆ ਸਿੰਧੂ ਘਾਟੀ ਦੀ ਸੱਭਿਅਤਾ, ਠੀਕ ਹੈ, ਸੌਰੀ ਸਿੰਧ ਘਾਟੀ ਦੀ ਸੱਭਿਅਤਾ, ਤੇ ਇਹਨੂੰ ਇੰਗਲਿਸ਼ ਦੇ ਵਿੱਚ ਜਿਹੜਾ ਕੀ ਆ ਇੰਡਸ ਸਿਵਲਾਈਜੇਸ਼ਨ ਕਿਹਾ ਗਿਆ। ਨੈਕਸਟ ਹੈਗਾ ਕਿ ਕੱਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਨਦੀ ਕੱਲੀ ਕੀ ਸਿੰਧ ਹੀ ਇੰਪੋਰਟੈਂਟ ਸੀ। ਇੱਕ ਨਦੀ ਹੋਰ ਇੰਪੋਰਟੈਂਟ ਸੀ ਸਰਸਵਤੀ, ਜਿਹੜੀ ਕਿ ਹੁਣ ਅਲੋਪ ਹੋ ਚੁੱਕੀ ਹੈਗੀ ਆ ਕਿਉਂਕਿ ਕਾਫੀ ਸਾਰੀ ਨਦੀਆਂ ਦੇ ਨਾਲ ਹਨ। ਤਾਂ ਪਹਿਲਾਂ ਜਿਹੜੀ ਕੀ ਆ ਉਸ ਟਾਈਮ ਉਸ ਨਦੀ ਦਾ ਨਾਂ ਜਿਹੜਾ ਸਰਸਵਤੀ ਮੰਨਿਆ ਜਾਂਦਾ ਸੀਗਾ। ਪਹਿਲਾਂ ਵੀ ਉਹ ਉਸ ਨਦੀ ਦੀ ਜਿਹੜੀ ਕੀ ਆ ਪਵਿੱਤਰਤਾ ਮੰਨੀ ਜਾਂਦੀ ਆ, ਜਿਵੇਂ ਗੰਗਾ ਨਦੀ ਨੂੰ ਮੰਨਿਆ ਜਾਂਦਾ, ਬਟ ਹੁਣ ਦੇ ਟਾਈਮ ਦੇ ਵਿੱਚ ਵੀ ਇਹ ਹੁਣ ਦੇ ਟਾਈਮ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੰਡੀਆ ਸਰਸਵਤੀ ਸਿਵਲਾਈਜੇਸ਼ਨ ਵੀ ਇੰਪੋਰਟੈਂਟ ਆ ਕਿਉਂਕਿ ਇੱਥੇ ਜਿਹੜਾ ਕੀ ਆ 80% ਸੈਟਲਮੈਂਟ ਹੋਈ ਸੀ। ਠੀਕ ਹੈ, 80% ਜਿਹੜੇ ਕੀ ਆ ਲੋਕਾਂ ਦੀ ਵਸੋਂ ਇੱਥੇ ਹੋ ਸੀਗੀ। ਤਾਂ ਇਸ ਤਰੀਕੇ ਨਾਲ ਇਹ ਨਦੀ ਵੀ ਜਿਹੜੀ ਕੀ ਆ ਇੰਪੋਰਟੈਂਟ ਆ। ਤਾਂ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਜਿਹੜੀ ਹੜੱਪਾ ਸੱਭਿਅਤਾ ਸੀਗੀ ਇਹਦੀ ਖੋਜ ਕਿਵੇਂ ਹੋਈ, ਕਿਹੜੇ ਪਰਸਨਸ ਜਿਹੜੇ ਇੰਪੋਰਟੈਂਟ ਹੈਗੇ ਆ। ਠੀਕ ਹੈ, ਟਾਈਮਿੰਗ ਨੂੰ ਲੈ ਕੇ ਕਿਵੇਂ ਇਸ ਦਾ ਨਾਮਕਰਨ ਹੋਇਆ, ਕਿਸ ਤਰੀਕੇ ਨਾਲ ਟਾਈਮ ਹੋਇਆ ਹੈ ਨਾ, ਕੌਣ ਜਿਹੜੇ ਕਿ ਇਹਦੇ ਵਿੱਚ ਸ਼ਾਮਿਲ ਆ, ਨਿਰਮਾਤਾ ਕੌਣ ਰਹੇ ਹੈਗੇ ਆ, ਤੇ ਨਾਮ ਅਲੱਗ-ਅਲੱਗ ਨਾਮ ਇਹਦੇ ਕਿਵੇਂ ਪਏ ਹੈਗੇ ਆ, ਇਹਦੇ ਬਾਰੇ ਆਪਾਂ ਡਿਸਕਸ ਕੀਤਾ। ਤਾਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।